ਹੈਲਥ ਪਲਸ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਵਿਨ ਕੇਅਰ ਹਸਪੀਟਲ ਜੋ ਕਿ 100 ਫੀਟ ਰੋਡ ਆਪੋਜ਼ਿਟ ਪੈਟਰੋਲ ਪੰਪ ਨੇੜੇ ਘੋੜਾ ਚੌਂਕ ਬਠਿੰਡਾ ਵਿਖੇ ਹੈ। ਇਹ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਜਿੱਥੇ ਕਿ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਤੇ ਆਪਣਾ ਇਲਾਜ ਕਰਵਾਉਂਦੇ ਹਨ। ਸਾਡੀ ਟੀਮ ਨੇ ਡਾਕਟਰ ਦੀਪਕ ਬਾਂਸਲ, ਡਾਕਟਰ ਸ਼ਵੇਤਾ ਬਾਂਸਲ ਜੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਇਸ ਹਸਪਤਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਵਿਨ ਕੇਅਰ ਹਸਪੀਟਲ ਬਠਿੰਡਾ। ਦਰਸ਼ਕੋ, ਹੈਲਥ ਪਲਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿਨ ਕੇਅਰ ਹਸਪੀਟਲ ਜਿਹੜਾ ਕਿ 100 ਫੁੱਟੀ ਰੋਡ ਬਠਿੰਡਾ ਵਿਖੇ ਸਥਿਤ ਹੈ ਔਰ ਗੱਲ ਕਰ ਰਹੇ ਹਾਂ ਡਾਕਟਰ ਦੀਪਕ ਬਾਂਸਲ ਜੀ ਦੇ ਨਾਲ ਜਿਹੜੇ ਡੀਐਮ ਗੈਸਟੋ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਨਮਸਕਾਰ ਜੀ। ਡਾਕਟਰ ਸਾਹਿਬ, ਗੈਸਟੋ ਜਿਹੜਾ ਕਿ ਇੱਕ ਐਸਾ ਫੀਲਡ ਬਣ ਚੁੱਕਿਆ ਜਿਹਦੇ 'ਚ ਅੱਜ ਹਰ ਤੀਸਰਾ ਬੰਦਾ ਜਿਹੜਾ ਆਪਾਂ ਨੂੰ ਮੋਟਾਪੇ ਦਾ ਸ਼ਿਕਾਰ ਮਿਲਦਾ ਔਰ ਪੇਟ ਦੀਆਂ ਬਿਮਾਰੀਆਂ ਜਿਸ ਤਰੀਕੇ ਨਾਲ ਵੱਧ ਰਹੀਆਂ, ਜਿਸ ਤਰੀਕੇ ਨਾਲ ਜੰਕ ਫੂਡਸ, ਲੈਕ ਆਫ ਐਕਸਰਸਾਈਜ਼, ਕੀ ਕਹਿਣਾ ਚਾਹੋਗੇ? ਮੇਰੇ ਖਿਆਲ 'ਚ ਆਨਸਰ ਤੁਸੀਂ ਆਪ ਹੀ ਦਿੱਤਾ ਹੈਗਾ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਮੋਟਾਪਾ। ਅੱਜ ਦੀ ਡੇਟ ਦੇ ਵਿੱਚ ਮੋਟਾਪੇ ਦੇ ਮੇਨ ਕਾਰਨ 3 ਹੈਗੇ ਹੈ। ਪਹਿਲਾ ਕਾਰਨ ਹੈਗਾ ਕਿ ਲੋਕਾਂ ਦਾ ਬੇਹਿਸਾਬ ਖਾਣਾ। ਇੱਕ ਕੁਆਂਟੀਟੀ ਦਾ ਮਤਲਬ ਇਹ ਹੈ ਜਿੰਨਾ ਆਪਾਂ ਨੂੰ ਕੈਲਰੀ ਇਨਟੇਕ ਰੋਜ਼ ਦਾ ਚਾਹੀਦਾ ਹੈ। ਆਪਾਂ ਨੂੰ ਰੋਜ਼ ਦਾ 1400 ਤੋਂ 1600 ਕਿਲੋ ਕੈਲਰੀ ਇਨਟੇਕ ਚਾਹੀਦਾ ਇੱਕ ਐਵਰੇਜ ਬੰਦੇ ਨੂੰ। ਲੇਕਿਨ ਅਗਰ ਆਪਾਂ ਕੇਅਰਫੁਲੀ ਆਪਣੀ ਡਾਈਟ ਕੈਲਕੂਲੇਟ ਕਰੀਏ ਤਾਂ ਆਪਾਂ 2200 2300 2400 ਕਿਲੋ ਕੈਲਰੀ ਖਾ ਰਹੇ ਹਾਂ। ਇਹ ਤਾਂ ਹੋ ਗਈ ਕੁਆਂਟੀਟੀ ਦੀ ਗੱਲ। ਦੂਸਰੀ ਗੱਲ ਹੁੰਦੀ ਹੈ ਕੁਆਲਿਟੀ ਦੀ ਗੱਲ। ਕੁਆਲਿਟੀ ਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਇੱਕ ਫਿਕਸਡ ਪ੍ਰੋਪੋਰਸ਼ਨ ਖਾਣਾ ਹੁੰਦਾ ਹੈਗਾ। 40% ਪ੍ਰੋਟੀਨ, 30% ਫੈਟ, 30% ਕਾਰਬੋਹਾਈਡਰੇਟ। ਅਗਰ ਆਪਾਂ ਇਹਨੂੰ ਸਮਾਰ ਕੇ ਦੇਖਾਂਗੇ ਆਪਣੀ ਡਾਈਟ ਨੂੰ ਸ਼ਾਮ ਦੇ ਟਾਈਮ 'ਤੇ ਐਨਾਲਾਈਜ਼ ਕਰਾਂਗੇ ਤਾਂ ਆਪਾਂ ਦੇਖਾਂਗੇ ਆਪਾਂ 60% ਕਾਰਬੋਹਾਈਡਰੇਟ ਖਾਂਦੇ ਹਾਂ, 30% ਫੈਟ ਖਾਂਦੇ ਹਾਂ ਅਤੇ 10% ਪ੍ਰੋਟੀਨ ਖਾਂਦੇ ਹਾਂ। ਉਹ ਸਾਰਾ ਐਕਸਟਰਾ ਕਾਰਬੋਹਾਈਡਰੇਟ ਵੀ ਬੋਡੀ 'ਚ ਫੈਟ ਬਣਦਾ ਹੈਗਾ ਅਤੇ ਪੇਟ ਦੇ ਵਿੱਚ ਜਮ੍ਹਾਂ ਹੁੰਦਾ ਹੈ, ਜਿਹਦੇ ਕਰਕੇ ਮੋਟਾਪਾ ਵੱਧਦਾ ਹੈਗਾ। ਇਹ 2 ਗੱਲਾਂ ਤਾਂ ਹੋ ਗਈਆਂ ਕੁਆਂਟੀਟੀ ਅਤੇ ਕੁਆਲਿਟੀ ਦੀ ਗੱਲ। ਤੀਸਰੀ ਗੱਲ ਹੈਗੀ ਹੈ ਕੈਲਰੀ ਆਊਟਪੁੱਟ ਦੀ ਗੱਲ। ਆਊਟਪੁੱਟ ਦਾ ਮਤਲਬ ਹੁੰਦਾ ਆਪਾਂ ਕਿੰਨੀ ਐਕਸਰਸਾਈਜ਼ ਕਰ ਰਹੇ ਹਾਂ, ਕਿੰਨੀ ਵਿਆਯਾਮ ਕਰ ਰਹੇ ਹਾਂ। ਜਿਵੇਂ ਹਰ ਚੀਜ਼ ਦਾ ਇੱਕ ਰੇਸ਼ੋ ਹੁੰਦੀ ਹੈ ਪਲੱਸ ਮਾਈਨਸ ਦੀ। ਜਿੰਨਾ ਆਪਾਂ ਇਨਟੇਕ ਲੈਂਦੇ ਹੈਗਾ ਓਨਾ ਹੀ ਆਪਾਂ ਨੂੰ ਆਊਟਪੁੱਟ ਦੇਣਾ ਪੈਂਦਾ ਹੈਗਾ। ਆਊਟਪੁੱਟ ਕਿਸ ਤਰ੍ਹਾਂ ਤੋਂ ਦੇਵਾਂਗੇ? ਆਪਾਂ ਐਕਸਰਸਾਈਜ਼ ਨਾਲ। ਆਪਾਂ ਉਨੀਆਂ ਕੈਲਰੀਜ਼ ਲੋਸ ਕਰਨੀਆਂ। ਇੱਕ ਬੇਸਿਕ ਮੈਟਾਬੋਲਿਕ ਰੇਟ ਜਿਹੜਾ ਬੋਡੀ ਦਾ ਹੁੰਦਾ ਉਹਦੇ ਵਿੱਚ 1200 ਤੋਂ 1300 ਕਿਲੋ ਕੈਲਰੀਜ਼ ਤੱਕ ਮੈਕਸਿਮਮ ਖਰਚ ਹੁੰਦੀ ਹੈ। ਉਸ ਤੋਂ ਇਲਾਵਾ 300 ਤੋਂ 400 ਕਿਲੋ ਕੈਲਰੀਜ਼ ਆਪਾਂ ਨੂੰ ਆਪਦੀ ਐਫਰਟ ਨਾਲ ਖ਼ਤਮ ਕਰਨੀਆਂ ਪੈਂਦੀਆਂ, ਜਿਵੇਂ ਕਿ 30 ਜਾਂ 40 ਮਿੰਟ ਵਾਕਿੰਗ ਨਾਲ, ਐਕਸਰਸਾਈਜ਼ ਨਾਲ, ਸਾਈਕਲਿੰਗ ਨਾਲ ਜਾਂ ਹੋਰ ਕਿਸੇ ਵੀ ਤਰ੍ਹਾਂ ਦੀਆਂ ਕਾਰਡੀਓ ਐਕਸਰਸਾਈਜ਼ਸ ਨਾਲ। ਉਸ ਚੀਜ਼ ਦੀ ਆਪਣੇ ਲੋਕਾਂ ਦੇ ਵਿੱਚ ਇੱਕ ਸੈਡੈਂਟਰੀ ਲਾਈਫ ਸਟਾਈਲ ਬਣ ਚੁੱਕਿਆ, ਉਹ ਬਹੁਤ ਜ਼ਿਆਦਾ ਘਾਟ ਹੈਗੀ ਹੈ, ਜਿਹਦੇ ਕਰਕੇ ਆਪਾਂ ਡੇ ਬਾਈ ਡੇ ਸਾਰੀ ਪੰਜਾਬ ਦੀ ਨਹੀਂ, ਪੰਜਾਬ ਦੇ ਆਸੇ ਪਾਸੇ ਦੀ ਸਾਰੀ ਪੋਪੂਲੇਸ਼ਨ ਬਹੁਤ ਹੱਦ ਤੱਕ ਮੋਟਾਪੇ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਡਾਕਟਰ ਸਾਹਿਬ, ਵਿਨ ਕੇਅਰ ਹਸਪੀਟਲ ਜਿਹੜਾ ਕਿ ਇੱਕ ਐਸਾ ਹਸਪੀਟਲ ਆ ਜਿਹਦੇ ਵਿੱਚ ਹਰ ਬਿਮਾਰੀ ਦਾ ਇਲਾਜ ਜਿਹੜਾ ਹੈਗਾ ਹੁੰਦਾ ਔਰ ਤੁਸੀਂ ਇੱਥੇ ਕੀ ਮਤਲਬ ਜਿਹੜੀਆਂ ਫੈਸਿਲਿਟੀਜ਼ ਗੈਸਟੋ ਲਈ ਨੇ ਔਰ ਜਿਸ ਤਰੀਕੇ ਨਾਲ ਐਂਡੋਕਰਾਈਨ ਦੇ ਵੀ ਡਾਕਟਰ ਹੈਗੇ ਆ, ਕੀ ਫੈਸਿਲਿਟੀਜ਼ ਇੱਥੇ ਅਵੇਲੇਬਲ ਨੇ? ਵਿਨ ਕੇਅਰ ਹਸਪੀਟਲ ਇੱਕ ਨਿਊਲੀ ਓਪਨ ਮਲਟੀ ਸਪੈਸ਼ਲਿਟੀ ਅਤੇ ਸੁਪਰ ਸਪੈਸ਼ਲਿਟੀ ਹਸਪੀਟਲ ਹੈ। ਇਹਦੇ ਵਿੱਚ ਮੈਂ ਇੱਕ MD ਅਤੇ DM ਗੈਸਟਰੋਐਂਟਰੋਲੋਜਿਸਟ ਹੈ। ਮੇਨਲੀ ਪੇਟ ਅਤੇ ਲੀਵਰ ਦੀ ਛੋਟੀ ਆਂਤ, ਵੱਡੀ ਆਂਤ, ਪੈਨਕ੍ਰੀਆਸ, ਫੂਡ ਪਾਈਪ, ਇਹਨਾਂ ਚੀਜ਼ਾਂ ਦੀ ਬਿਮਾਰੀਆਂ ਦਾ ਇਲਾਜ ਕਰਦਾ ਹੈ। ਡਾਕਟਰ ਸ਼ਵੇਤਾ ਬੰਸਲ ਉਹ MD DM ਐਂਡੋਕਰਾਈਨੋਲੋਜਿਸਟ ਨੇ। ਮੈਡਮ ਇੱਕ ਗੋਲਡ ਮੈਡਲਿਸਟ ਨੇ ਅਤੇ ਉਹ ਹਰ ਤਰ੍ਹਾਂ ਦੀ ਸ਼ੂਗਰ, ਥਾਇਰੋਇਡ ਅਤੇ ਹਾਰਮੋਨ ਦੀ ਬਿਮਾਰੀਆਂ ਦਾ ਇਲਾਜ ਕਰਦੇ ਹੈ। ਉਹ ਸ਼ਹਿਰ ਦੇ ਸਭ ਤੋਂ ਪਹਿਲੇ ਅਤੇ ਇੱਕਮਾਤਰ DM ਐਂਡੋਕਰਾਈਨੋਲੋਜਿਸਟ ਨੇ। ਤੀਸਰੇ ਸਾਡੇ ਕੋਲ ਡਾਕਟਰ ਜੰਗ ਬਹਾਦੁਰ ਨੇ ਜੋ ਕਿ MD ਮੈਡੀਸਿਨ ਅਤੇ ਕ੍ਰਿਟੀਕਲ ਕੇਅਰ ਐਕਸਪਰਟ ਨੇ, ਜਿਨ੍ਹਾਂ ਨੇ ਮੈਕਸ ਮੋਹਾਲੀ ਤੋਂ ਕ੍ਰਿਟੀਕਲ ਕੇਅਰ ਦੀ ਫੈਲੋਸ਼ਿਪ ਕੀਤੀ ਹੋਈ ਹੈ। ਉਹ ਹਰ ਤਰ੍ਹਾਂ ਦੇ ਪੇਟ ਦੀ, ਲੀਵਰ ਦੀ, ਛਾਤੀ ਦੀ, ਹਾਰਟ ਦੀ ਜਾਂ ਫਿਰ ਕਿਸੇ ਵੀ ਪ੍ਰਕਾਰ ਦੇ ਸੀਜ਼ਨਲ ਵਾਇਰਸਿਸ ਜਿਵੇਂ ਕਿ ਡੇਂਗੂ ਵਗੈਰਾ ਜਾਂ ਜਿਹੜੇ ਸਿੱਕ ਪੇਸ਼ੈਂਟਸ ਹੁੰਦੇ ਆ ਉਹਨਾਂ ਦਾ ਸਭ ਦਾ ਇਲਾਜ ਕਰਦੇ ਹੈ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਅੱਜ ਜਿਹੜਾ ਫੈਟੀ ਲੀਵਰ ਆ ਉਹਦਾ ਐਪੀਡੈਮਿਕ ਬਹੁਤ ਜ਼ਿਆਦਾ ਵੱਧ ਰਿਹਾ ਔਰ ਤਕਰੀਬਨ ਜਿਹੜਾ ਹੈਗਾ ਹਰ ਤੀਸਰਾ ਚੌਥਾ ਬੰਦਾ ਜਿਹੜਾ ਇਹਦਾ ਸ਼ਿਕਾਰ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਹਰ ਤੀਸਰਾ ਚੌਥਾ ਨਹੀਂ ਹੈ ਤਾਂ 70 ਤੋਂ 80% ਪੋਪੂਲੇਸ਼ਨ ਨੂੰ ਅੱਜ ਦੀ ਡੇਟ 'ਚ ਫੈਟੀ ਲੀਵਰ ਹੈ। ਤੁਸੀਂ ਕਿਸੇ ਵੀ ਰੇਡੀਓਲੋਜਿਸਟ ਕੋਲੇ ਜਾ ਕੇ ਉਹਨਾਂ ਦੇ ਅਲਟਰਾਸਾਊਂਡ ਦਾ ਇੱਕ ਡਾਟਾ ਕੱਢ ਲਓ ਤਾਂ ਤੁਹਾਨੂੰ ਐਟਲੀਸਟ 70% ਪੋਪੂਲੇਸ਼ਨ ਨੂੰ ਮਿਲੂਗਾ ਕਿ ਉਹਨਾਂ ਨੂੰ ਫੈਟੀ ਲੀਵਰ ਹੋ ਚੁੱਕਿਆ ਹੈ। ਜਿਵੇਂ ਕਿ ਆਪਾਂ ਆਲਰੇਡੀ ਡਿਸਕਸ ਕਰ ਰਹੇ ਹਾਂ, ਫੈਟੀ ਲੀਵਰ ਹੋਰ ਕੁਝ ਨਹੀਂ ਹੁੰਦਾ ਗਾ। ਇਹ ਇੱਕ ਬਾਹਰਲਾ ਮੋਟਾਪਾ ਹੁੰਦਾ ਹੈਗਾ, ਇੱਕ ਤਰ੍ਹਾਂ ਦਾ ਲੀਵਰ ਦੇ ਉੱਤੇ ਚੜ੍ਹਿਆ ਹੋਇਆ ਮੋਟਾਪਾ ਹੈ। ਲੀਵਰ ਦੇ ਉੱਤੇ ਚੜ੍ਹਿਆ ਹੋਇਆ ਐਕਸਟਰਾ ਫੈਟ ਹੈ ਜਿਹੜਾ ਕਿ ਬੋਡੀ ਦੇ ਵਿੱਚ ਕਿਸੇ ਕਾਰਨ ਤੋਂ ਯੂਜ਼ ਨਹੀਂ ਹੋਇਆ। ਲੀਵਰ ਦਾ ਮੇਨ ਕੰਮ ਕੀ ਹੁੰਦਾ ਹੈ? ਲੀਵਰ ਦਾ ਮੇਨ ਕੰਮ ਇਹ ਹੁੰਦਾ ਕਿ ਜਿੰਨਾ ਵੀ ਬੋਡੀ ਦੇ ਵਿੱਚ
ਕੋਲੇਸਟ੍ਰੋਲ ਹੈਗਾ, ਕੋਲੇਸਟ੍ਰੋਲ ਗੁੱਡ ਕੋਲੇਸਟ੍ਰੋਲ ਹੁੰਦਾ, ਬੈਡ ਕੋਲੇਸਟ੍ਰੋਲ ਹੁੰਦਾ। ਜਿਹੜਾ ਗੁੱਡ ਕੋਲੇਸਟ੍ਰੋਲ ਹੁੰਦਾ ਲੀਵਰ ਉਹਨੂੰ ਯੂਜ਼ ਕਰਕੇ ਉਹਨੂੰ ਆਪਦੀ ਬੋਡੀ ਦੇ ਕੰਮ ਵਿੱਚ ਲੈਂਦਾ। ਕੀ ਕੰਮ ਵਿੱਚ ਲੈਂਦਾ ਹੈਗਾ? ਜਿੰਨੀਆਂ ਨਰਵ ਸਿੰਥੇਸਿਸ ਹੈ, ਜਿੰਨੀਆਂ ਵੀ ਬੋਡੀ ਦੀਆਂ ਨਸਾਂ ਹੈਗੀਆਂ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦੀ ਸਿੰਥੇਸਿਸ ਦੇ ਕੰਮ ਆਉਂਦਾ ਹੈਗਾ। ਜਦੋਂ ਉਹ ਫੈਟ ਆਪਾਂ ਆਪਦੀ ਬੋਡੀ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਲੈ ਲੈਂਦੇ ਹਾਂ, ਉਹ ਲੀਵਰ ਉਹਨੂੰ ਸਟੋਰ ਕਰਨ ਦਾ ਕੰਮ ਕਰਦਾ ਹੈਗਾ। ਜਦੋਂ ਲੀਵਰ ਤੋਂ ਵੀ ਉਹ ਸਟੋਰਸ ਜਿਹੜੇ ਓਵਰਫਲੱਡ ਹੋ ਜਾਂਦੇ ਆ, ਫਿਰ ਉਹ ਫੈਟ ਨਿਕਲ ਕੇ ਉੱਥੋਂ ਅਲੱਗ-ਅਲੱਗ ਨਾੜੀਆਂ ਦੇ ਵਿੱਚ ਜਮ੍ਹਾਂ ਹੋ ਜਾਂਦਾ, ਜਿਵੇਂ ਕਿ ਕਿਡਨੀ ਦੀ ਨਾੜੀਆਂ ਦੇ ਵਿੱਚ, ਦਿਮਾਗ ਦੀ ਨਾੜੀਆਂ ਦੇ ਵਿੱਚ, ਦਿਲ ਦੀ ਨਾੜੀਆਂ ਦੇ ਵਿੱਚ। ਯਾਨੀ ਕਿ ਉਹ ਫਿਰ ਬਾਅਦ ਦੇ ਵਿੱਚ ਉਹ ਜਮ੍ਹਾਂ ਹੋ ਕੇ ਕੀ ਕਰਦਾ? ਉਹ ਹਾਰਟ ਅਟੈਕ ਪੈਦਾ ਕਰਦਾ, ਉਹ ਬੰਦੇ ਦਾ ਸਟ੍ਰੋਕ ਯਾਨੀ ਕਿ ਅਧਰੰਗ ਉਹ ਪੈਦਾ ਕਰਦਾ ਹੈਗਾ, ਜਾਂ ਕਿਡਨੀਆਂ ਨੂੰ ਫੇਲ ਕਰਨ ਦਾ ਕੰਮ ਕਰਦਾ ਹੈ। ਯਾਨੀ ਕਿ ਲੀਵਰ ਇੱਕ ਤਰ੍ਹਾਂ ਦਾ ਕਿ ਇੰਡੀਕੇਟਰ ਹੁੰਦਾ ਹੈ। ਅਗਰ ਕਿ ਲੀਵਰ ਦੇ ਵਿੱਚ ਤੁਹਾਡੇ ਐਕਸਟਰਾ ਫੈਟ ਆ ਰਿਹਾ ਹੈ ਤਾਂ ਤੁਸੀਂ ਆਪਦੇ ਆਪ ਨੂੰ ਤਿਆਰ ਕਰ ਲਓ ਕਿ ਇਹਨੂੰ ਘਟਾਉਣਾ ਹੈਗਾ ਗਾ। ਅਗਰ ਆਪਾਂ ਉਹਨੂੰ ਨਹੀਂ ਘਟਾਵਾਂਗੇ, ਉਹ ਲੀਵਰ ਉਹਨੂੰ ਸੁਪਰ ਸੈਚੂਰੇਟ ਹੋ ਜਾਊਗਾ, ਯਾਨੀ ਕਿ ਉਹਦੇ ਵਿੱਚ ਐਕਸਟਰਾ ਕੋਲੇਸਟ੍ਰੋਲ ਹੋਰ ਵੱਧ ਜਾਊਗਾ, ਉਹ ਬਲੱਡ ਦੇ ਵਿੱਚ ਸਪਿਲ ਹੋਊਗਾ, ਬਲੱਡ ਦੇ ਵਿੱਚ ਸਪਿਲ ਹੋ ਕੇ ਉਹ ਹਾਰਟ ਤੇ ਬ੍ਰੇਨ ਦੀ ਨਾੜੀਆਂ ਨੂੰ ਬਲੌਕ ਕਰੇਗਾ। ਨਸਾ ਜਿੱਦਾਂ ਤੁਸੀਂ ਇਹ ਹਸਪੀਟਲ ਖੋਲ੍ਹਿਆ ਹੈਗਾ ਔਰ ਉਹਦੇ ਵਿੱਚ ਤੁਸੀਂ ਚੈਰੀਟੇਬਲ ਵੀ ਤੁਹਾਡਾ ਮਾਈਂਡ ਹੈਗਾ, ਜਿਸ ਤਰੀਕੇ ਨਾਲ ਤੁਸੀਂ ਕੈਂਪ ਆਰਗੇਨਾਈਜ਼ ਕਰਦੇ ਹੋ, ਮਹੀਨੇ ਦੇ ਵਿੱਚ 2 ਕੈਂਪ ਆਰਗੇਨਾਈਜ਼ ਕਰਦੇ ਹੋ, ਉਹਦੇ ਵਿੱਚ ਕੀ ਕੀ ਫੈਸਿਲਿਟੀਆਂ ਦਿੰਦੇ ਹੋ ਲੋਕਾਂ ਨੂੰ? ਅਸੀਂ ਜਦੋਂ ਵੀ ਕੈਂਪ ਆਰਗੇਨਾਈਜ਼ ਕਰਦੇ ਹੈਗੇ ਆ, ਸਭ ਤੋਂ ਪਹਿਲਾਂ ਤਾਂ ਦੇਖੋ ਕੰਸਲਟੇਸ਼ਨ ਫ੍ਰੀ ਹੈਗੀ ਹੈ। ਉਸ ਤੋਂ ਇਲਾਵਾ ਮਤਲਬ ਜਿਹੜੇ ਜ਼ਰੂਰਤਮੰਦ ਲੋਕ ਹੈਗੇ ਆ ਉਹਨਾਂ ਵਾਸਤੇ ਅਸੀਂ ਕਾਫੀ ਤਰ੍ਹਾਂ ਦੇ ਬਲੱਡ ਟੈਸਟ, ਫਾਈਬਰੋ ਸਕੈਨ, ECG ਜਾਂ ਵਾਈਟਲਸ ਮੋਨੀਟਰਿੰਗ, ਇਹ ਸਾਰਾ ਕੁਝ ਫ੍ਰੀ ਹੁੰਦਾ ਹੈਗਾ। ਡਿਪੈਂਡ ਕਰਦਾ ਬਾਕੀ ਕੈਂਪ ਕਿਸ ਤਰ੍ਹਾਂ ਦਾ ਆਰਗੇਨਾਈਜ਼ ਹੋ ਰਿਹਾ, ਕਿਸ ਜਗ੍ਹਾ 'ਤੇ ਆਰਗੇਨਾਈਜ਼ ਹੋ ਰਿਹਾ ਹੈਗਾ, ਕਿਸ ਤਰ੍ਹਾਂ ਦੀ ਨੀਡੀ ਪੋਪੂਲੇਸ਼ਨ ਹੈ, ਤਾਂ ਉਸ ਬੇਸਿਸ 'ਤੇ ਅਸੀਂ ਉਹਨਾਂ ਦਾ ਕੋਹੋਰਟ ਸਟੱਡੀ ਕਰਕੇ ਉਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਕਰਦੇ। ਤਾਂ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਆਪਦੇ ਤਹਿ ਦਿਲ ਤੋਂ ਪੰਜਾਬ ਪਲੱਸ ਅਤੇ ਇਹਨਾਂ ਦੀ ਟੀਮ ਦਾ ਸ਼ੁਕਰਗੁਜ਼ਾਰ ਕਰਦਾ ਹੈਗਾ। ਮੈਂ ਆਪਦੇ ਸਰੋਤਾਵਾਂ ਨੂੰ ਜੇ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਹੈਗਾ ਕਿ ਤੁਸੀਂ ਆਪਦੇ ਆਪ ਨੂੰ ਸਵਸਥ ਰੱਖੋ, ਨਸ਼ਿਆਂ ਤੋਂ ਦੂਰ ਰਹੋ। ਨਸ਼ੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਕਦੇ ਕੋਈ ਫਾਇਦਾ ਨਹੀਂ ਹੁੰਦਾ ਗਾ। ਤੀਸਰਾ, ਆਪਦਾ ਰੈਗੂਲਰ ਵਿਆਯਾਮ ਕਰੋ ਅਤੇ ਆਪਦਾ ਰੈਗੂਲਰ ਚੈੱਕਅਪ ਕਰਾਓ। ਅਗਰ ਤੁਹਾਨੂੰ ਕੋਈ ਕਰੋਨਿਕ ਬਿਮਾਰੀਆਂ ਹੈਗੀਆਂ ਜਿਵੇਂ ਕਿ ਸ਼ੂਗਰ ਹੈ, ਥਾਇਰੋਇਡ ਹੈ, ਲੀਵਰ ਦੀ ਪ੍ਰੋਬਲਮ ਹੈ, ਹਾਰਟ ਦੀ ਪ੍ਰੋਬਲਮ ਹੈ, ਤਾਂ ਉਹਨਾਂ ਦਾ ਤੁਸੀਂ ਇੱਕ ਸਹੀ ਟਾਈਮ ਦੇ ਉੱਤੇ ਉਹਨਾਂ ਦੀ ਜਾਂਚ ਕਰਾਓ ਅਤੇ ਉਹਨਾਂ ਦਾ ਉਪਚਾਰ ਕਰੋ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸ਼ਵੇਤਾ ਬਾਂਸਲ, ਜਿਹੜੇ DM ਐਂਡੋਕਰਾਈਨ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਸੀਗੇ ਬਠਿੰਡਾ ਵਿਖੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ, ਵਿਨ ਕੇਅਰ ਜਿਹੜਾ ਕਿ ਇੱਕ ਐਸਾ ਹਸਪੀਟਲ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਸੁਪਰ ਸਪੈਸ਼ਲਿਟੀ ਜਿਹੜੀ ਹੈਗੀ ਆ ਤਕਰੀਬਨ ਅਵੇਲੇਬਲ ਹੈਗੀ ਆ। ਪੇਟ ਦੀ ਹੋਈ ਜਾਂ ਜਿੱਦਾਂ ਸ਼ੂਗਰ ਦੀ, ਥਾਇਰਾਇਡ ਦੀ ਹੋ ਗਈ, MD ਮੈਡੀਸਨ ਵਾਲੇ ਡਾਕਟਰ ਹੈਗੇ ਆ। ਤੁਸੀਂ ਐਜ਼ ਏ DM ਐਂਡੋਕਰਾਈਨ ਸੇਵਾਵਾਂ ਇੱਥੇ ਦੇ ਰਹੇ ਹੋ। ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਐਪੀਡੈਮਿਕ ਸ਼ੂਗਰ ਦਾ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ, ਥਾਇਰਾਇਡ ਦਾ ਬਹੁਤ ਜ਼ਿਆਦਾ ਵੱਧ ਰਿਹਾ, ਔਰ ਅੱਗੇ लोग ਜਿਹੜੇ ਹੈਗੇ अवेयर नहीं सी, आजकल अवेयर भी है क्या, की कहना चाहोगे? देखिए, जो डायबिटीज़ है या हमारा जो वज़न बढ़ रहा है, ओबेसिटी जिसे हम कहते हैं, ये दोनों जो है लाइफस्टाइल डिजीज़ हैं। जो स्पेशली जो टाइप 2 डायबिटीज़ जिसको हम कहते हैं, ये जो बीमारी है लाइफस्टाइल डिजीज़ है। ये बीमारी क्योंकि हम लोग सैर नहीं करते, फिज़िकल एक्टिविटी नहीं है हमारी, जो हमारा खाने पीने में जो हम जंक फूड खाते हैं उसकी वजह से हमें ये बीमारियाँ लगती हैं। तो और ये दोनों जो टाइप 2 डायबिटीज़ और ओबेसिटी है, इससे हम बच सकते हैं। वो सिर्फ लाइफस्टाइल चेंज करने से, कि अगर हम फिज़िकल एक्टिविटी बढ़ा लेते हैं, अपनी वॉक करते हैं, योगा, एक्सरसाइज, किसी तरह की भी फिज़िकल एक्टिविटी, जो हमारी डाइट है वो न्यूट्रिशियस होनी चाहिए, हेल्दी होनी चाहिए, कि हम जंक फूड अवॉइड करें, कोल्ड ड्रिंक्स, मीठा, शुगर का इंटेक, ठीक, ये अगर कम कर दें तो हम इन बीमारियों दोनों से बच सकते हैं। जो थायराइड की डिज़ीज़ है वो इसलिए आजकल ज़्यादा हो रही है, कुछ तो लोग हमारे बहुत ज़्यादा जागरूक हो गए हैं, ठीक है, कुछ हमारा खाने पीने में कुछ पोल्यूशन ज़्यादा है, उसकी वजह से जो थायराइड की डिज़ीज़ है ये बढ़ के आ रही है। कुछ टेस्ट हम लोग, कुछ भी प्रॉब्लम होती है, वेट बढ़ रहा है या कुछ पीरियड्स लड़कियों में गड़बड़ हो रहे हैं, तो हम ये जो टेस्ट करवा लेते हैं, जिससे ये ज़्यादा एकदम पकड़ी जाती है। जो पहले की लोग निगलेक्ट कर देते थे इन चीज़ों के, अब लोग भी अवेयर हैं, इसलिए ये जल्दी पकड़ में आ जाती हैं बीमारियाँ। जैसा अगर हम बात करें, जैसे आप बात कर रहे हैं थायराइड की और शुगर, आपने बहुत सारे पेशेंट जो प्री डायबिटिक थे उनको आपने एक नॉर्मेसी में ले आए। क्या कहना चाहेंगे कि उनको आपने लाइफस्टाइल चेंज करके और एक्सरसाइज पे ला कर ही आपने ये जो करिश्मा कर दी? देखिए, इसमें जो प्री डायबिटिक पेशेंट है
अगर उस ये सारे पेशेंट का जो होता है उसका अपना एफर्ट होता है, उसमें डॉक्टर का कोई रोल नहीं होता, वो सिर्फ आपको गाइड कर सकता है कि आप एक्सरसाइज कीजिए, खाने में आप क्या कम कर देंगे, जैसे हम कार्बोहाइड्रेट्स कम कर देते हैं, चपातीस कम कर दें, आटा मल्टीग्रेन यूज़ करें या उसको मिक्स कर लें, बेसन वगैरह मिक्स कर लेते हैं, तो जब ताकि हमारा जो वीट कंटेंट है थोड़ा सा डाइट में वो कम हो जाए और रात का खाना हम जल्दी खा लें, तो उससे जो होता है कि छोटी छोटी चीज़ें ही अगर हम चेंज ले आते हैं तो हम डायबिटीज़ को रिवर्स कर सकते हैं। एंड बहुत लोगों ने किया है, बट डायबिटीज़ रिवर्सल के लिए आपको बहुत अच्छे से कंट्रोल करना होता है कि आप अपनी डाइट पे अच्छे से कंट्रोल रखें और एक्सरसाइज को हम मतलब बिना एक्सरसाइज के हम डायबिटीज़ को रिवर्स नहीं कर सकते। डॉक्टर साहब, इस हॉस्पिटल में विन केयर में आपके पास क्या क्या फैसिलिटीज़ हैं, एक शुगर वाले पेशेंट्स के लिए, एक थायराइड वाले पेशेंट्स के लिए? जो हमारे हॉस्पिटल में है, जिस तरह से कि टाइप 1 डायबिटिक पेशेंट्स होते हैं, जैसे उनकी ब्लड शुगर्स अनकंट्रोल्ड हो जाती हैं, तो उनको कंट्रोल करने के लिए थायराइड पेशेंट्स, जो हाइपो पेशेंट्स हैं, या जो पिट्यूटरी डिसऑर्डर्स, हार्मोनल इम्बैलेंस होते हैं, ओबेसिटी का मैनेजमेंट, तो वो चीज़ें हम लोग हैंडल करते हैं। ज़्यादातर हमारा जो एंडोक्राइन का होता है प्रोग्राम, जिसमें हार्मोनल चेंजेस, पीसीओडी, हाइपरथायराइडिज्म, शुगर, टाइप 1 टाइप 2 डायबिटीज़, या जो बोन्स डिसऑर्डर्स, शॉर्ट स्टेचर की जो बच्चों की हाइट नहीं बढ़ रही है, उन लोगों को हम मैनेज करते हैं। बस अगर हम बात कर लें थायराइड की बात कर लें, जैसे आपने बोला कि थायराइड है जो वो दो तरह का है, एक में सिक्रीशन बढ़ती है, एक में घटती है, क्या करें? बिल्कुल, जो दो तरह के थायराइड्स होते हैं, जिसको हम लोग हाइपोथायराइडिज्म और हाइपरथायराइडिज्म। जो हाइपोथायराइडिज्म में उसमें क्या होता है कि जो हमारा थायराइड ग्लैंड है, जो हमारी गर्दन के पास यहाँ पे सिचुएटेड होता है, वो हार्मोन की सिक्रीशन जो होती है उसकी कम हो रही है। उसकी वजह से क्या होता है कि आपका वेट बढ़ रहा होता है, जॉइंट पेन्स, बालों का झड़ना या थकावट, ये सब प्रॉब्लम्स आती हैं, कब्ज़ रहना या ठंड बहुत ज़्यादा लगना, तो उसको हम हाइपोथायराइडिज्म कहते हैं। जो हाइपरथायराइडिज्म होता है उसमें क्या होता है कि आपका जो हार्मोन है वो बहुत ज़्यादा बन रहा होता है, तो आपका वेट लॉस, दिल की धड़कन तेज़ होना, हाथ कांपने या बार बार मोशन जाना, आपका उसमें ये सिम्टम्स होते हैं। तो अगर किसी भी पेशेंट का वेट लॉस हो रहा है, एकदम बहुत ज़्यादा हाथ कांप रहे हैं या गर्मी बहुत ज़्यादा लग रही है, तो उसमें थायराइड ज़रूर चेक करवाना चाहिए। डॉक्टर, जैसे आपने पीसीओडी की बात कही, क्या कहना चाहेंगे कि पीसीओडी तो एक ऐसा मतलब एपिडेमिक बनकर आ रहा है कि हर तीसरी चौथी जो यंग गर्ल है उसको ये प्रॉब्लम हो रही है, उसके बारे में क्या कहना चाहेंगे? जो पीसीओडी की प्रॉब्लम है, कुछ तो हमारे जो पंजाब हरियाणा की साइड पे है, कुछ हमारे जेनेटिक ही होता है कि थोड़े से हमारे जो बच्चों में फेशियल हेयर्स नॉर्मल आ भी जाते हैं। लेकिन कभी भी अगर पीरियड्स इरेगुलर हैं, फेस पे बाल आ रहे हैं या पिंपल्स बहुत ज़्यादा हो रहे हैं, वेट गेन बहुत ज़्यादा हो रहा है, तो उसमें क्या होता है कि आपको हार्मोनल अपने सारे चेक करवाने होते हैं, ताकि कोई प्रॉब्लम नहीं है। ज़रूरी नहीं है कि सबसे पहले पीसीओडी को हमें रूल आउट करना होता है कि कोई और हार्मोन्स तो नहीं बढ़ रहे हैं जिसकी वजह से पीरियड्स इरेगुलर हो गए हैं या वेट बढ़ रहा है। जब हम उन चीज़ों को एक्सक्लूड कर लेते हैं तब हम पीसीओडी का डायग्नोसिस बना लेते हैं। तो पीसीओडी का भी उसका ट्रीटमेंट होता है कि सबसे पहले जिस बच्चे का वेट ज़्यादा है तो वेट रिडक्शन सबसे इम्पॉर्टेंट होता है, बिकॉज़ अगर हम वेट नहीं रिड्यूस करते तो चांसेस हमेशा रहता है कि पीसीओएस में कि 30% बच्चों को आगे जाके फ्यूचर में डायबिटीज़ का शिकार हो जाते हैं। तो अगर हम वेट रिडक्शन कर लेते हैं, दैट इज़ द मोस्ट इम्पॉर्टेंट जो है ट्रीटमेंट होता है कि पीसीओएस को कंट्रोल किया। उसके बाद हमारी मेडिकेशंस होती हैं जिनसे पीरियड रेगुलराइज हो जाते हैं और जो फेस पे बाल आ रहे होते हैं वो कम हो जाते हैं। डॉक्टर साहब, शुगर जिसको लोग जब 40 इयर्स क्रॉस हो जाते हैं, क्योंकि आजकल मीडिया का ज़माना है, जैसे हर चीज़ में लोगों को अवेयरनेस है, लोग किस चीज़ को माने शुगर? मतलब कई बार बंदा करता है कि जाते जाते शुगर टेस्ट करा ली, उसको लगता कि नहीं आई शुगर मेरी, या सुबह उसने मॉर्निंग में पिक कर लिया। क्या कहना चाहेंगे कि शुगर के लिए क्या मतलब जो है इसका कंफर्मेटरी टेस्ट क्या है? देखिए, जो डायबिटीज़ सबसे पहले इम्पॉर्टेंट होता है कि अगर आपकी फैमिली हिस्ट्री क्या है। अगर आपकी स्ट्रॉन्ग फैमिली हिस्ट्री है तो आफ्टर 30 इयर्स ऑफ एज हर साल एक बार शुगर ज़रूर चेक करनी चाहिए। एंड या फैमिली हिस्ट्री है या पीसीओएस, जैसे हमने अभी डिस्कस किया है कि अगर पीसीओडी फैमिली में है या आपको है पीसीओएस, तो उसमें भी शुगर्स जो है आपको हर साल एक बार ज़रूर चेक करवानी चाहिए। उसके बाद जो डायग्नोसिस होता है, हम लोग ब्लड शुगर्स जो होते हैं ब्लड से चेक करवा लेते हैं, या तो आप ग्लूकोमीटर से करवा लीजिए या हम ब्लड वीनस सैंपल ले सकते हैं। तो उसमें अगर आपकी फास्टिंग,
खाली पेट शुगर जो 126 से ऊपर आ रही है या रैंडम शुगर्स जो हैं आपकी 200 से ऊपर जा रही हैं, तब हम डायबिटीज़ मान लेते हैं। या आपका HbA1c जो 3 मंथ्स की एवरेज शुगर 6.4 से ऊपर आ रही है, तो हम उसको पेशेंट को कहते हैं कि उसको डायबिटीज़ हो गई है। एटलीस्ट 2 टेस्ट ज़रूर होने चाहिए ताकि हम उसको कंफर्म मान सकें। तो अगर इनिशियल फेज़ में क्या होता है कि अगर आपका HbA1c हायर साइड पे नहीं है या प्री डायबिटिक रेंज में है, तो उसमें भी यही हमारी कोशिश होती है कि पेशेंट अपनी डाइट एंड एक्सरसाइज से ही उसे कंट्रोल कर ले। डॉक्टर साहब, यू आर एन इंस्टीट्यूशन, यू हैव लॉन्ग डाटा। आपका हमें समय देने के लिए बहुत बहुत धन्यवाद। थैंक यू सो मच। ਹੁਣ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਹਾਂ ਡਾਕਟਰ JB ਸਿੰਘ ਜੀ ਦੇ ਨਾਲ, ਜਿਹੜੇ ਕਿ ਇਸ ਵਿਨ ਕੇਅਰ ਹਸਪੀਟਲ ਦਾ ਇੱਕ ਹਿੱਸਾ ਨੇ ਔਰ ਐਜ਼ MD ਮੈਡੀਸਨ ਸੇਵਾਵਾਂ ਦੇ ਰਹੇ ਨੇ। ਡਾਕਟਰ ਸਾਹਿਬ ਨੇ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਬਹੁਤ ਵੱਡਾ ਸੇਵਾ ਜਿਹੜੀ ਹੈਗੀ ਆ ਕੀਤੀ ਹੈਗੀ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੇ ਪੰਜਾਬ ਪਲੱਸ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਵੀਰ ਜੀ, MD ਮੈਡੀਸਨ ਜਦੋਂ ਇਹ ਨਾਮ ਆਉਂਦਾ ਹੈਗਾ ਤੇ ਉਦੋਂ ਬੰਦੇ ਦੇ ਜ਼ਿਹਨ ਦੇ ਵਿੱਚ ਸਭ ਕੁਝ ਹੀ ਆ ਜਾਂਦਾ ਵੀ ਇਹ ਭਾਈ ਹਰੇਕ ਚੀਜ਼ ਦੇ ਵਿੱਚ ਜੇ ਬਲੱਡ ਪ੍ਰੈਸ਼ਰ ਵੱਧ ਗਿਆ ਤਾਂ ਵੀ ਸਾਡੇ MD ਮੈਡੀਸਨ ਨੇ ਕੰਟਰੋਲ ਕਰਨਾ, ਜੇ ਸਾਨੂੰ ਸ਼ੂਗਰ ਹੋਣ ਲੱਗ ਗਈ ਤਾਂ ਵੀ ਇਹਨੇ ਕੰਟਰੋਲ ਕਰਨਾ, ਕੋਈ ਸਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ MD ਮੈਡੀਸਨ ਜਿਹੜਾ ਹੈਗਾ ਉਹ ਆਧਾਰ ਹੈਗਾ। ਕਰੋਨਾ ਦੇ ਐਪੀਡੈਮਿਕ 'ਚ ਅਸੀਂ ਦੇਖਿਆ ਕਿ MD ਮੈਡੀਸਨਸ ਨੇ ਜਿਸ ਮੁਸਤੱਦੀ ਦੇ ਨਾਲ ਸੇਵਾ ਕੀਤੀ ਔਰ ਪੰਜਾਬ ਨੂੰ ਇਸ ਬਹੁਤ ਹੀ ਔਖੇ ਸਮੇਂ ਦੇ ਵਿੱਚੋਂ ਬਾਹਰ ਕੱਢ ਕੇ ਲਿਆਂਦਾ, ਆਪਣੀ ਜ਼ਿੰਦਗੀਆਂ ਦੀ ਪ੍ਰਵਾਹ ਨਾ ਕੀਤੇ ਬਿਨਾਂ। ਕੀ ਕਹਿਣਾ ਚਾਹੋਗੇ ਕਿ ਇਸ ਹਸਪੀਟਲ ਦੇ ਵਿੱਚ ਜਿਹੜਾ ਕਿ ਇੱਕ ਨਵਾਂ ਹਸਪੀਟਲ ਹੈ ਜਿਹਦੇ ਵਿੱਚ ਐਂਡੋਕਰਾਈਨ, ਜਿਹਦੇ ਵਿੱਚ ਲਿਵਰ ਦਾ ਹੋ ਗਿਆ, ਪੇਟ ਦੀਆਂ ਬਿਮਾਰੀਆਂ ਦਾ ਹੋ ਗਿਆ, ਸਾਰਾ ਇਲਾਜ ਆ, ਉਹਦੇ ਨਾਲ ਤੁਸੀਂ ਅਟੈਚ ਹੋ ਕਿ ਇੱਕ ਛੱਤ ਦੇ ਥੱਲੇ ਇਨਸਾਨ ਜਦੋਂ ਅੰਦਰ ਆ ਜਾਂਦਾ ਤਾਂ ਹਰ ਤਰ੍ਹਾਂ ਦਾ ਇੱਥੇ ਟ੍ਰੀਟਮੈਂਟ ਤਕਰੀਬਨ ਅਵੇਲੇਬਲ ਹੈ? ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਹਸਪਤਾਲ ਹੈ ਵਿਨ ਕੇਅਰ, ਇਸ 'ਚ ਨਾ ਇਕੱਲਾ ਸ਼ੂਗਰ, ਪੇਟ, ਬਲਕਿ ਸਾਰੀਆਂ ਬਿਮਾਰੀਆਂ ਦਾ ਵੀ ਅਸੀਂ ਬਹੁਤ ਵਧੀਆ ਅਤੇ ਸਸਤਾ ਇਲਾਜ ਕਰਦੇ ਹਾਂ। ਸਾਡੇ ਸਾਰਿਆਂ ਦਾ ਏਮ ਇਹੀ ਹੈ ਕਿ ਜਿਹੜਾ ਮਰੀਜ਼ ਆਵੇ ਉਹ ਠੀਕ ਹੋ ਕੇ ਜਾਵੇ। ਅਤੇ ਸਭ ਤੋਂ ਮੇਨ ਜਿਹੜਾ ਚੀਜ਼ ਹੈ ਉਹ ਇਹ ਹੁੰਦਾ ਹੈ ਕਿ ਜਦੋਂ ਮਰੀਜ਼ ਬਹੁਤ ਜ਼ਿਆਦਾ ਕ੍ਰਿਟੀਕਲ ਆਉਂਦਾ ਹੈ, ਜਿਹਨੂੰ ਵੈਂਟੀਲੇਟਰ ਦੀ ਸਪੋਰਟ ਹੁੰਦੀ ਹੈ, ਅਤੇ ਜਿਹੜਾ ਸਾਡਾ ਵਿਨ ਕੇਅਰ ਦਾ ICU ਹੈ ਉਹ ਸਟੇਟ ਆਫ ਆਰਟ ਹੈ, ਜਿਹਦੇ ਵਿੱਚ ਕਿ ਬਹੁਤ ਮਹਿੰਗੀਆਂ, ਵਧੀਆ ਅਤੇ ਸਾਰੀਆਂ ਹੀ ਫੋਰਨ ਮਸ਼ੀਨਰੀਆਂ ਅਤੇ ਬਹੁਤ ਮਹਿੰਗੇ ਵੈਂਟੀਲੇਟਰ ਅਤੇ ਮਸ਼ੀਨਾਂ ਲੱਗੀਆਂ ਹੋਈਆਂ। ਕੋਈ ਵੀ ਪੇਸ਼ੈਂਟ ਜਿਹਨੂੰ ਕੋਈ ਸਾਹ ਦੀ ਦਿੱਕਤ ਹੈ, ਪੋਇਜ਼ਨਿੰਗ ਹੈ, ਜਿਹਨੂੰ ਕੋਈ ਵੈਂਟੀਲੇਟਰ ਦੀ ਦਿੱਕਤ ਪੈਂਦੀ ਹੈ, ਬੁਖਾਰ ਹੈ, ਡੇਂਗੂ ਹੈ, ਮਲੇਰੀਆ ਹੈ, ਜਾਂ ਜਿਹੜਾ ਕਿਸੇ ਵੀ ਥਾਂ ਤੋਂ ਠੀਕ ਨਹੀਂ ਹੋ ਰਿਹਾ, ਉਹ ਸਾਨੂੰ ਸੰਪਰਕ ਕਰ ਸਕਦਾ ਹੈ। ਸਾਡਾ ਜਿਹੜਾ ਸਟੇਟ ਆਫ ICU ਹੈ ਇਹਦੇ ਵਿੱਚ ਅਸੀਂ 1:1 ਰੱਖੀ ਹੋਈ ਹੈ, ਜਿਸ ਦਾ ਮਤਲਬ ਕਿ ਇੱਕ ਪੇਸ਼ੈਂਟ ਨੂੰ ਸਿਰਫ ਇੱਕ ਸਟਾਫ ਹੀ ਦੇਖਦਾ ਹੈ ਕਿ ਤਾਂ ਜੋ ਉਹਦਾ ਚੰਗੀ ਤਰ੍ਹਾਂ ਧਿਆਨ ਰੱਖ ਸਕੇ। ਅਤੇ ਸਾਡੀ ਸਾਰੇ ਡਾਕਟਰਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਨੋਰਮਲ ਮਰੀਜ਼ ਹੈ ਉਹ ਤਾਂ ਆਪਾਂ ਦਵਾਈਆਂ ਪਾ ਕੇ ਤੋੜ ਦਿੰਦੇ ਹਾਂ, ਬਟ ਅਗਰ ਜਦੋਂ ਆਪਾਂ ਕਿਸੇ ਦੀ ਜਾਨ ਬਚਾਉਂਦੇ ਹਾਂ ਤਾਂ ਉਹ ਇੱਕ ਪਰਿਵਾਰ ਨਹੀਂ, ਉਹ ਇੱਕ ਡਾਕਟਰ ਨਾਲ ਹੀ ਪਰਿਵਾਰ ਵਾਂਗੂ ਜੁੜ ਜਾਂਦਾ ਹੈ। ਅਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਆਪਦਾ ਪਰਿਵਾਰ ਵੱਧ ਤੋਂ ਵੱਧ ਵਧਾਈਏ। ਡਾਕਟਰ ਸਾਹਿਬ, ਤੁਸੀਂ ਲੰਬਾ ਤਜਰਬਾ ਤੁਹਾਡੇ ਕੋਲ ਕ੍ਰਿਟੀਕਲ ਕੇਅਰ ਦਾ, ਮੈਕਸ ਹਸਪੀਟਲ ਤੁਸੀਂ ਚੰਡੀਗੜ੍ਹ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਉਸ ਤੋਂ ਬਾਅਦ ਹੋਰ ਮੈਕਸ ਹਸਪੀਟਲਾਂ ਦੀ ਤੁਸੀਂ ਸੇਵਾ ਆਪਣੀ ਦਿੰਦੇ ਰਹੇ। ਕੀ ਕਹਿਣਾ ਚਾਹੋਗੇ ਕਿ ਉਹ ਤਜਰਬੇ ਦੇ ਕਾਰਨ ਇੱਕ ਉਹ ਤਜਰਬਾ ਹੋ ਗਿਆ, ਨਾਲ ਇੱਕ ਲਾਈਟਨੈਸ ਹੋ ਗਈ ਇੱਥੇ ਡਾਕਟਰ ਸਾਹਿਬ ਜਿਹੜੇ ਬੜੇ ਪਿਆਰ ਵਾਲੇ ਨੇ, ਇੱਕ ਭਰਾਵਾਂ ਵਾਂਗੂ ਤੁਹਾਡੀ ਜਿਹੜੀ ਟੀਮ यहाँ ਬਣੀ ਹੋਈ? ਹਾਂਜੀ, ਸਾਡੇ ਇੱਥੇ ਬੇਸਿਕਲੀ ਅਸੀਂ ਸਾਰੇ ਐਜ਼ ਐਨ ਟੀਮ ਕੰਮ ਕਰਦੇ ਹਾਂ। ਸਾਡੇ ਕੋਲ ਇੱਥੇ ਸਾਰੇ ਡਾਕਟਰ ਉਪਲਬਧ ਹਨ। ਅਗਰ ਕੋਈ ਵੀ ਪੇਸ਼ੈਂਟ ਕਿਸੇ ਵੀ ਬਿਮਾਰੀ ਨਾਲ ਆਉਂਦਾ ਹੈ, ਸਾਡੇ ਕੋਲ ICU ਵਿੱਚ ਸਾਰੇ ਡਾਕਟਰਾਂ ਦੀਆਂ ਸਰਵਿਸਿਜ਼ ਅਵੇਲੇਬਲ ਹੈ, ਜਿਸ 'ਚ ਐਂਡੋਕਰਾਈਨ, ਗੈਸਟਰੋ, MD ਮੈਡੀਸਨ ਤਿੰਨੇ ਅਸੀਂ ਤਾਂ ਹੈ ਹੀ ਹਾਂ, ਅਤੇ ਬਾਕੀ ਸਾਡੀ ਇੱਕ ਟੀਮ ਹੈ। ਅਗਰ ਕਿਸੇ ਪੇਸ਼ੈਂਟ ਨੂੰ ਕਿਸੇ ਹੋਰ ਦੀ ਵੀ ਲੋੜ ਪੈਂਦੀ ਹੈ ਤਾਂ ਉਹ ਵੀ ਸਾਡੇ ਕੋਲ ਇੱਥੇ ਸਾਰੇ ਅਵੇਲੇਬਲ ਹੈ। ਡਾਕਟਰ ਸਾਹਿਬ, BP ਜਿਹੜਾ ਕਿ ਇੱਕ ਸਾਇਲੈਂਟ ਕਿਲਰ ਹੈ ਔਰ ਲੋਕ ਜਿਹੜੇ ਹੈਗੇ ਆ BP ਦੇ ਨਾਲ ਗ੍ਰਸਤ ਹੁੰਦੇ ਆ, ਦਵਾਈ ਛੱਡ ਦਿੰਦੇ ਆ, ਗੋਲੀ ਨਹੀਂ ਲੈਂਦੇ ਗੇ, ਫਿਰ ਆਪਣਾ ਤਲਿਆ ਫਲਿਆ, ਫਿਰ ਸ਼ਰਾਬਾਂ ਪੀਣੀਆਂ ਜਿਹੜੀਆਂ ਇਹਨਾਂ ਚੀਜ਼ਾਂ 'ਤੇ ਜਾਂਦੇ ਰਹਿੰਦੇ ਆ। ਕੀ ਕਹਿਣਾ ਚਾਹੋਗੇ ਕਿ ਇੱਕ ਸਾਇਲੈਂਟ ਕਿਲਰ ਹੈ BP, ਜਿਹਦੇ 'ਚ ਪਤਾ ਨਹੀਂ ਚੱਲਦਾ ਤੁਹਾਨੂੰ, ਜੇ ਤੁਹਾਡਾ 200 ਵੀ ਹੋ ਗਿਆ ਤਾਂ ਤੁਹਾਨੂੰ ਕਈ ਵਾਰੀ ਨਹੀਂ ਪਤਾ ਚੱਲਦਾ। ਕੀ ਕਹਿਣਾ ਚਾਹੋਗੇ ਕਿ BP 'ਤੇ ਤਾਂ ਜਿਹੜਾ ਹੈਗਾ ਜਦੋਂ ਤੁਹਾਨੂੰ ਇੰਡੀਕੇਸ਼ਨ ਦੇ ਦਿੰਦਾ ਥੋੜ੍ਹੀ ਜਿਹੀ ਅਪ ਹੋ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਕੇਅਰ ਕਰਨੀ ਚਾਹੀਦੀ? ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜਾ BP ਅਤੇ ਸ਼ੂਗਰ ਹੈ ਨਾ, ਇਹ ਇੱਕ ਸੌਰਟ ਆਫ ਮਹਾਂਮਾਰੀ ਬਣ ਚੁੱਕੀਆਂ ਹਨ ਆਪਣੇ ਦੇਸ਼ 'ਚ। ਤੁਸੀਂ ਧਿਆਨ ਨਾਲ ਦੇਖੋਗੇ ਹਰ ਘਰੇ BP ਜਾਂ ਸ਼ੂਗਰ ਦਾ ਕੋਈ ਨਾ ਕੋਈ ਮਰੀਜ਼ ਹੁੰਦਾ ਹੀ ਹੈ, ਜਾਂ ਤਾਂ ਆਪਣੇ ਪੇਰੈਂਟਸ ਹੋਣਗੇ, ਪੇਰੈਂਟਸ ਨਹੀਂ ਹੋਣਗੇ, ਜਾਂ ਤਾਂ ਕੋਈ ਨਾ ਕੋਈ ਰਿਲੇਟਿਵ ਆਪਣਾ ਹੋਊਗਾ ਹੀ ਜਿਹੜਾ BP ਅਤੇ ਸ਼ੂਗਰ ਨਾਲ ਪ੍ਰਭਾਵਿਤ ਹੈ। ਜਿਹੜਾ BP ਹੈ ਉਹ ਸ਼ੂਗਰ ਦੇ ਨਾਲ ਹੀ ਚੱਲਦਾ ਹੈ ਅਤੇ ਆਪਾਂ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ ਹੈ। ਅਗਰ ਤੁਹਾਨੂੰ ਲੱਗਦਾ ਹੈ ਤੁਹਾਡਾ ਸਿਰ ਦੁਖਦਾ ਪਿਆ ਹੈ, ਘਬਰਾਹਟ ਹੋਈ ਜਾਂਦੀ ਹੈ, ਕੋਈ ਛਾਤੀ 'ਚ ਦਰਦ ਹੈ,
ਕੋਈ ਤੁਰਨ ਫਿਰਨ 'ਚ ਦਿੱਕਤ ਆ ਰਹੀ ਹੈ, ਕੋਈ ਦੇਖਣ 'ਚ ਦਿੱਕਤ ਆ ਰਹੀ ਹੈ ਜਾਂ ਕੋਈ ਵੀ ਟਾਈਪ ਦੀ ਦਿੱਕਤ ਹੈ ਤਾਂ ਇੱਕ ਵਾਰੀ ਆਪਦਾ ਬੀਪੀ ਜ਼ਰੂਰ ਚੈੱਕ ਕਰਾਓ। ਮੈਂ ਤਾਂ ਸਗੋਂ ਇਹ ਵੀ ਕਹਿਣਾ ਹੁੰਦਾ ਕਿ ਅਗਰ ਕੋਈ ਵੀ 50 ਸਾਲ ਤੋਂ ਉੱਤੇ ਵਾਲਾ ਬੰਦਾ ਹੈ ਉਹਨੂੰ ਘੱਟੋ ਘੱਟ 6 ਅਗਰ ਉਹਦਾ ਬੀਪੀ ਨਹੀਂ ਵੱਧਦਾ ਫਿਰ ਵੀ ਉਹਨੂੰ ਹਰ 6 ਮਹੀਨਿਆਂ ਬਾਅਦ ਆਪਦਾ ਰੈਗੂਲਰ ਟੈਸਟ ਕਰਾ ਕੇ ਤੇ ਬੀਪੀ ਜ਼ਰੂਰ ਚੈੱਕ ਕਰਾਉਣਾ ਚਾਹੀਦਾ ਹੈ, ਕਿਉਂਕਿ ਬੀਪੀ ਹੌਲੀ ਹੌਲੀ ਵੱਧਦਾ ਹੈ। ਅਗਰ ਆਪਾਂ ਉਹਨੂੰ ਮੁੱਢਲੀ ਸਟੇਜ 'ਤੇ ਫੜ ਲਾਂਗੇ ਸਿਰਫ ਆਪਦੀ ਲਾਈਫ ਸਟਾਈਲ ਨੂੰ ਠੀਕ ਕਰਕੇ ਘਿਓ ਮੱਖਣ ਮਲਾਈ ਨਮਕ ਵਾਲੀ ਚੀਜ਼ਾਂ ਘਟਾ ਕੇ ਆਪਾਂ ਬੀਪੀ ਦੀਆਂ ਦਵਾਈਆਂ ਨੂੰ ਅਵੋਇਡ ਕਰ ਸਕਦੇ ਹਾਂ। ਉਸ 'ਤੇ ਖਰਚਾ ਨਾ ਕਰੀਏ ਬਲਕਿ ਆਪਦੇ ਆਪ 'ਤੇ ਖਰਚਾ ਕਰੀਏ। ਦੱਸੋ ਕੀ ਕਹਿਣਾ ਚਾਹੋਗੇ ਕਿ ਅੱਜ ਦਾ ਜਿਹੜਾ ਯੁੱਗ ਹੈਗਾ ਜਿਸ ਦੇ ਵਿੱਚ ਜੰਕ ਫੂਡਸ ਔਰ ਸੀਡੇਟਿਵ ਲਾਈਫ ਸਟਾਈਲ, ਛੋਟੇ ਛੋਟੇ ਬੱਚੇ ਜਿਹੜੇ ਉਹ ਵੀ ਅੱਜ ਕੱਲ੍ਹ ਡਿਪਰੈਸ਼ਨ ਦਾ ਮਰੀਜ਼ ਬਣ ਚੁੱਕੇ ਨੇ, ਉਹਨਾਂ ਨੂੰ ਉਦੋਂ ਵੀ ਜੀਅ ਨਹੀਂ ਲੱਗਦਾ ਗਾ। ਛੋਟੇ ਜਿਹੇ ਬੱਚੇ ਹੁੰਦੇ ਕਹਿੰਦੇ ਸਾਡਾ ਜੀਅ ਨਹੀਂ ਲੱਗਦਾ। ਕੀ ਕਹਿਣਾ ਚਾਹੋਗੇ ਕਿ ਅਗਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮੋਬਾਈਲ ਪੋਰਨ ਤੋਂ ਨਹੀਂ ਬਚਾਇਆ ਔਰ ਅਸੀਂ ਉਹਨਾਂ ਦੇ ਉੱਤੇ IQ ਉਹਨਾਂ ਦੇ ਨਾਲ ਮਿਲਾ ਕੇ ਗੱਲ ਨਹੀਂ ਕੀਤੀ ਔਰ ਉਹਨਾਂ ਨੂੰ ਅਸੀਂ ਮਤਲਬ ਉਸੇ ਤਰੀਕੇ ਦੇ ਨਾਲ ਜਿੱਦਾਂ ਆਪਣੇ ਹਾਲਾਂ 'ਚ ਛੱਡਤਾ ਵੀ ਅਸੀਂ ਉਹਦੀ ਜਿੱਦ ਤੋਂ ਡਰ ਜਾਂਦੇ ਹਾਂ ਕਿ ਉਹ ਮੋਬਾਈਲ ਲੈ ਲਿਆ ਤਾਂ ਮੋਬਾਈਲ ਲੈ ਕੇ ਬੈਠਾ, ਉਹਨੂੰ ਅਸੀਂ ਨਹੀਂ ਕਨਵਰਟ ਨਹੀਂ ਕਰਦੇ ਕਿਸੇ ਤਰੀਕੇ ਦੇ ਨਾਲ। ਕੀ ਕਹਿਣਾ ਚਾਹੋਗੇ? ਜਿਹੜੀ ਇਹ ਮੋਬਾਈਲ ਦੀ ਆਪਾਂ ਮੋਬਾਈਲ ਨਾ ਕਹੀਏ, ਇਹਨੂੰ ਸਗੋਂ ਮੋਬਾਈਲ ਐਡਿਕਸ਼ਨ ਹੀ ਹੈ। ਕਿਉਂਕਿ ਜਿਹੜੇ ਮੈਂ ਕੀ ਦੇਖਿਆ ਜਿਹੜੇ ਮਾਂ ਪਿਓ ਹੈ ਨਾ ਉਹਨਾਂ ਦੋਵਾਂ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਬੱਚੇ ਨਾਲ ਖੇਡ ਸਕਣ, ਅਤੇ ਜਿਹੜਾ ਬੱਚੇ ਜੋ ਤੁਸੀਂ ਉਹਦੇ ਨਾਲ ਨਹੀਂ ਖੇਡਦੇ ਉਹ ਫਿਰ ਮੋਬਾਈਲ ਚੱਕ ਲੈਂਦੇ ਆ। ਉਹਨਾਂ ਨੇ ਵੀ ਤਾਂ ਆਪਦਾ ਟਾਈਮ ਪਾਸ ਕਰਨਾ ਹੈ। ਤਾਂ ਮੈਂ ਤਾਂ ਸਿਰਫ ਇੰਨਾ ਕਹੂੰਗਾ ਕਿ ਬੱਚਿਆਂ ਨੂੰ ਤੁਸੀਂ ਗਰਾਊਂਡ 'ਚ ਲੈ ਕੇ ਜਾਓ, ਪਾਰਕ 'ਚ ਲੈ ਕੇ ਜਾਓ, ਉਹਨਾਂ ਨੂੰ ਆਊਟਡੋਰ ਐਕਟੀਵਿਟੀਜ਼ ਕਰਾਓ। ਦੋਵੇਂ ਮਾਂ ਪਿਓ ਘੱਟੋ ਘੱਟ ਇਹ ਨਾ ਕਰੋ ਕਿ ਲੈ ਮੋਬਾਈਲ ਫੜ ਲੈ ਮੇਰੇ ਕੋਲ ਟਾਈਮ ਹੈ ਨਹੀਂ। ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਕਰਦੇ ਹੋ ਤਾਂ ਬੱਚਿਆਂ ਦੀ ਐਡਿਕਸ਼ਨ ਵੱਧਦੀ ਹੈ। ਬੱਚੇ ਹੋਰ ਜ਼ੋਰ ਪਾਉਂਦੇ ਹਨ ਕਿ ਸਾਡੇ ਨਾਲ ਖੇਡੋ। ਜੋ ਤੁਸੀਂ ਖੇਡਣ ਲੱਗ ਜਾਂਦੇ ਹੋ ਤੁਸੀਂ ਤਾਂ ਉਹਦੇ ਨਾਲ ਰਿਲੇਸ਼ਨ ਬੱਚੇ ਨਾਲ ਬਣਾਓਗੇ ਬਲਕਿ ਉਹਦੀ ਜਿਹੜੀ ਮੋਬਾਈਲ ਦੀ ਐਡਿਕਸ਼ਨ ਹੈ ਉਹ ਵੀ ਘੱਟ ਕਰੋਗੇ। ਅਤੇ ਦੂਜੀ ਗੱਲ ਮੇਨ ਹੈ ਤੁਸੀਂ ਵੀ ਆਪ ਘੱਟ ਦੇਖੋ। ਬੱਚਾ ਆਪਦੇ ਮਾਂ ਪਿਓ ਨੂੰ ਦੇਖ ਕੇ ਹੀ ਮੋਬਾਈਲ ਮੰਗਦਾ ਹੈ। ਡਾਕਟਰ ਸਾਹਿਬ, ਯੂ ਆਰ ਐਨ ਇੰਸਟੀਟਿਊਸ਼ਨ, ਬੜੇ ਲੰਬੇ ਡਾਟੇ ਤੁਹਾਡੇ ਕੋਲ ਵੀ, ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਔਰ ਅਸੀਂ ਚਾਹਾਂਗੇ ਕਿ ਤੁਹਾਡੇ ਵਰਗੇ ਡਾਕਟਰ ਜਿਹੜੇ ਹਮੇਸ਼ਾ ਸਮਾਈਲਿੰਗ ਫੇਸ ਹੈ ਔਰ ਕਰੋਨਾ ਦੇ ਐਪੀਡੈਮਿਕ ਦੇ ਵਿੱਚ ਬੜੇ ਔਖੇ ਸਮਿਆਂ ਦੇ ਵਿੱਚ ਤੁਸੀਂ ਲੋਕਾਂ ਨੂੰ ਸੰਭਾਲਿਆ ਔਰ ਇਹ ਫੇਸ ਦੀ ਇੰਪਰੈਸ਼ਨ ਦੀ ਜਿਹੜੀ ਹੈਗੀ ਆ ਖੁਸ਼ੀ ਜਿਹੜੀ ਹੈਗੀ ਉਹ ਘੱਟ ਨਹੀਂ ਦਿੱਤੀ। ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ ਪੰਜਾਬ ਪਲੱਸ ਦੇ ਸਤਿ ਸ਼੍ਰੀ ਅਕਾਲ। जैसे क्या कहना चाहेंगे, जैसे हम लोग आप जिदा खड़े हैं हम ICU ਦੇ ਵਿੱਚ ਜਿਹੜਾ ਸਟੇਟ ਆਫ ਦੀ ਆਪਾਂ ਦੇਖ ਰਹੇ ਹਾਂ ਕਿ ਹਰ ਤਰ੍ਹਾਂ ਦਾ ਜਿੱਦਾਂ ਉਹ ਲੱਗਦਾ ਅੰਦਰ ਆ ਕੇ ਕਿ ਬਹੁਤ ਵੱਡੇ ਹਸਪੀਟਲ 'ਚ ਅਸੀਂ ਖੜੇ ਹਾਂ। ਅੱਛਾ ਭਾਜੀ, ਬੇਸਿਕਲੀ ਇਹ ਹੈ ਕਿ ਜਿੰਨੇ ਵੀ ਆਪਣੇ ਵੈਂਟੀਲੇਟਰ ਹੈਗੇ ਆ ਤੇ ਸਟੇਟ ਆਫ ਆਰਟ ਵੈਂਟੀਲੇਟਰ ਹੈ, ਜਿੰਨੇ ਵੀ ਮੋਨੀਟਰ ਹੈ ਉਹਦੇ ਵਿੱਚ ਅਗਰ ਕੋਈ ਲੋ BP ਦਾ ਮਰੀਜ਼ ਵੀ ਆਉਂਦਾ ਹੈ ਉਹਦੀ ਵੀ ਵਧੀਆ ਮੋਨੀਟਰਿੰਗ ਹੋ ਜਾਂਦੀ ਹੈ। ਤੇ ਤੀਜਾ ਆਪਣੀ ਹੁੰਦੀ ਹੈ ਕੇਅਰ, ਜਿਹੜੀ ਆਪਣੀ ਨਰਸਿੰਗ ਕੇਅਰ ਹੈ ਉਹ ਜਿਹੜੀ ਵੀ ਵਰਲਡ ਕਲਾਸ ਫੈਸਿਲਿਟੀਜ਼ ਦੀਆਂ ਗਾਈਡਲਾਈਨਸ ਹੈ ਉਹਨਾਂ ਮੁਤਾਬਕ ਹੀ ਹੁੰਦੀ ਹੈ।